ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 9ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ ਏ ਦੇ ਪਾਠਕ੍ਰਮ ਵਿੱਚ ਸ਼ਾਮਿਲ ਸਾਹਿਤਮਾਲਾ ਪੁਸਤਕ ਵਿੱਚ ਦਰਜ ਆਧੁਨਿਕ ਕਾਵਿ ਦੇ ਕਵੀ ਨੰਦ ਲਾਲ ਨੂਰਪੁਰੀ ਦੀਆਂ 3 ਕਵਿਤਾਵਾਂ ਮਾਤਾ ਗੁਜਰੀ ਜੀ, ਜਿਉਂਦੇ ਭਗਵਾਨ ਅਤੇ ਰਾਵੀ ਤੇ ਝਨਾਹ ਬਾਰੇ ਗੱਲਬਾਤ ਕਰਾਂਗੇ। ਨੰਦ ਲਾਲ ਨੂਰਪੁਰੀ ਦਾ ਜਨਮ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ। ਉਹਨਾਂ ਨੇ ਆਪਣਾ ਬਹੁਤਾ ਸਮਾਂ ਜਲੰਧਰ ਵਿੱਚ ਬਿਤਾਇਆ। ਉਹ ਇੱਕ ਫ਼ਕਰ ਕਵੀ ਸਨ। ਉਹਨਾਂ ਨੇ ਬਹੁਤ ਸਾਰਾ ਲੋਕ ਕਾਵਿ ਰਚਿਆ। ਉਹਨਾਂ ਦੇ ਕੁਝ ਗੀਤ ਬਹੁਤ ਮਸ਼ਹੂਰ ਹਨ, ਜਿਵੇਂ ਇੱਥੋਂ ਉੱਡ ਜਾ ਭੋਲਿਆ ਪੰਛੀਆ, ਚੁੰਮ ਚੁੰਮ ਰੱਖੋ ਨੀ ਇਹ ਕਲਗੀ ਝੁਝਾਰ ਦੀ, ਕਾਹਨੂੰ ਵੇ ਪਿੱਪਲਾ ਖੜ ਖੜ ਲਾਈ ਆ ਆਦਿ। ਉਹਨਾਂ ਦੀਆਂ ਬਹੁਤੀਆਂ ਕਵਿਤਾਵਾਂ ਪੰਜਾਬ ਬੋਲਿਆ ਨਾਂ ਹੇਠ ਛਪੀ ਕਿਤਾਬ ਵਿੱਚ ਦਰਜ ਹਨ। ਨੰਦ ਲਾਲ ਨੂਰਪੁਰੀ ਦੀ 9ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਿਲ ਪਹਿਲੀ ਕਵਿਤਾ ਦਾ ਨਾਂ ਹੈ ਮਾਤਾ ਗੁਜਰੀ ਜੀ। ਇਸ ਕਵਿਤਾ ਵਿੱਚ ਕਵੀ ਨੇ ਮਾਤਾ ਗੁਜਰੀ ਜੀ ਦੇ 2 ਛੋਟੇ ਪੋਤਰਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਸਰਹੰਦ ਵਿਖੇ ਨੀਹਾਂ ਵਿੱਚ ਚਿਣੇ ਜਾਣ ਦੀ ਦਰਦਨਾਕ ਘਟਨਾ ਬਿਆਨ ਕੀਤੀ ਹੈ। ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ, ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ, ਨੀ ਕੱਲ੍ਹ ਜਦੋਂ ਸੌਣ ਲੱਗੀ ਮੇਰੇ ਕੋਲ ਹੀਰਿਆਂ ਦੀ ਜੋੜੀ, ਪਿੰਡਿਆਂ 'ਤੇ ਹੱਥ ਫੇਰ ਕੇ ਮੈਂ ਆਖਿਆ ਵੰਡੂੰਗੀ ਲੋਹੜੀ, ਢਿੱਡ ਦਾ ਸੇਕ ਬੁਰਾ ਨੀ ਮੇਥੋਂ ਸੇਕ ਝੱਲਿਆ ਨਾ ਜਾਵੇ, ਅੱਧੀ ਰਾਤੀ ਮਾਂ ਗੁਜਰੀ। ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਨ। ਚੰਦਾਂ ਦੀਆਂ ਭਾਵ ਪੋਤਰਿਆਂ ਦੀਆਂ, ਹੀਰਿਆਂ ਦੀ ਜੋੜੀ ਭਾਵ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ। ਪਿੰਡਿਆਂ ਸ਼ਬਦ ਦਾ ਅਰਥ ਹੈ ਸਰੀਰਾਂ। ਝੱਲਿਆ ਸ਼ਬਦ ਦਾ ਅਰਥ ਹੈ ਸਹਾਰਿਆ। ਕਵੀ ਨੰਦ ਲਾਲ ਨੂਰਪੁਰੀ ਕਹਿੰਦੇ ਹਨ ਕਿ ਮਾਤਾ ਗੁਜਰੀ ਜੀ ਅੱਧੀ ਰਾਤ ਤੱਕ ਬੈਠ ਕੇ ਆਪਣੇ ਚੰਨ ਵਰਗੇ ਛੋਟੇ ਪੋਤਰਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੇ ਵਿਛੋੜੇ 'ਤੇ ਮੌਤ ਦੇ ਸੱਲ ਨੂੰ ਘੋੜੀਆਂ ਗਾ ਕੇ ਪ੍ਰਗਟ ਕਰਦੇ ਹਨ। ਉਹ ਕਹਿੰਦੇ ਹਨ ਕਿ ਮੈਨੂੰ ਮੇਰੇ ਚੰਨ ਵਰਗੇ ਪੋਤਰਿਆਂ ਦਾ ਚਾਨਣਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ, ਭਾਵ ਉਹ ਮੈਨੂੰ ਕਿਤੇ ਵੀ ਨਜ਼ਰ ਨਹੀਂ ਆ ਰਹੇ। ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਕੱਲ੍ਹ ਜਦੋਂ ਮੇਰੇ ਕੋਲ ਮੇਰੀ ਹੀਰਿਆਂ ਦੀ ਜੋੜੀ ਭਾਵ ਮੇਰੇ ਪੋਤਰੇ ਸੌਣ ਲੱਗੇ ਸਨ, ਤਾਂ ਮੈਂ ਉਹਨਾਂ ਦੇ ਕੋਮਲ ਸਰੀਰਾਂ ਉੱਪਰ ਹੱਥ ਫੇਰ ਕੇ ਕਿਹਾ ਸੀ ਕਿ ਮੈਂ ਇਸ ਵਾਰੀ ਆਪਣੇ ਪੋਤਰਿਆਂ ਦੀ ਲੋਹੜੀ ਵੰਡਾਂਗੀ, ਪਰ ਉਹ ਅੱਜ ਮੇਰੇ ਕੋਲੋਂ ਸਦਾ ਲਈ ਚਲੇ ਗਏ ਹਨ। ਇਸ ਢਿੱਡ ਦਾ ਸੇਕ ਬਹੁਤ ਬੁਰਾ ਹੈ, ਭਾਵ ਬੱਚੇ ਮਾਂ ਬਾਪ ਦੀਆਂ ਆਂਦਰਾਂ ਹੁੰਦੇ ਹਨ। ਮੇਰੇ ਤੋਂ ਉਹਨਾਂ ਦਾ ਵਿਛੋੜਾ ਝੱਲਿਆ ਨਹੀਂ ਜਾ ਰਿਹਾ। ਸੁਪਨਾ ਸੱਚ ਹੋ ਗਿਆ ਮੇਰੇ ਨਾਲ ਝਗੜ ਪਈ ਹੋਣੀ, ਇੱਟ ਉੱਤੇ ਇੱਟ ਰੱਖ ਕੇ
ਤੇਰੇ ਹੀਰਿਆਂ ਦੀ ਚਮਕ ਲੁਕਾਉਣੀ ਨੀ ਛਾਤੀ ਨਾਲ ਮੈਂ ਲਾ ਲਏ, ਜਾਂ ਉਹ ਉਛਲੀ ਭਰਨ ਕਲਾਵੇ ਅੱਧੀ ਰਾਤੀ ਮਾਂ ਗੁਜਰੀ। ਝਗੜ ਪਈ ਭਾਵ ਲੜ ਪਈ। ਹੋਣੀ ਸ਼ਬਦ ਦਾ ਅਰਥ ਹੈ ਹੋਣ ਵਾਲੀ ਗੱਲ। ਲੁਕਾਉਣੀ ਸ਼ਬਦ ਦਾ ਅਰਥ ਹੈ ਲੁਕਾਉਣੀ ਜਾਂ ਖਤਮ ਕਰ ਦੇਣੀ। ਕਲਾਵੇ ਸ਼ਬਦ ਦਾ ਅਰਥ ਹੈ ਬੁੱਕਲ ਵਿੱਚ ਲੈਣਾ ਜਾਂ ਜੱਫੀ ਵਿੱਚ ਲੈਣਾ। ਨੰਦ ਲਾਲ ਨੂਰਪੁਰੀ ਕਹਿੰਦੇ ਹਨ ਕਿ ਮਾਤਾ ਗੁਜਰੀ ਜੀ ਕਹਿ ਰਹੇ ਹਨ ਕਿ ਮੇਰਾ ਬੁਰਾ ਸੁਪਨਾ ਸੱਚ ਹੋ ਗਿਆ। ਮੈਨੂੰ ਜਿਸ ਚੀਜ਼ ਦਾ ਡਰ ਸੀ ਉਹੀ ਹੋਇਆ। ਸੁਪਨੇ ਵਿੱਚ ਮੇਰੇ ਨਾਲ ਹੋਣੀ ਲੜ ਪਈ। ਉਹ ਮੈਨੂੰ ਕਹਿਣ ਲੱਗੀ ਕਿ ਮੈਂ ਇੱਟ ਉੱਤੇ ਇੱਟ ਰੱਖ ਕੇ ਤੇਰੇ ਪੋਤਰਿਆਂ ਦੀ, ਜੋ ਕਿ ਹੀਰਿਆਂ ਦੇ ਵਾਂਗ ਚਮਕ ਰਹੇ ਹਨ, ਉਹਨਾਂ ਦੀ ਚਮਕ ਨੂੰ ਲੁਕਾ ਦੇਣਾ ਹੈ। ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਮੈਂ ਆਪਣੇ ਦੋਵੇਂ ਛੋਟੇ ਪੋਤਰਿਆਂ ਨੂੰ ਆਪਣੀ ਛਾਤੀ ਨਾਲ ਉਸ ਵਕਤ ਲਗਾ ਲਿਆ ਜਦੋਂ ਹੋਣੀ ਉਹਨਾਂ ਦਾ ਕਲਾਵਾ ਭਰਨ ਲਈ ਅੱਗੇ ਵਧੀ। ਮਾਤਾ ਗੁਜਰੀ ਜੀ ਅੱਧੀ ਅੱਧੀ ਰਾਤੀ ਉੱਠ ਕੇ ਆਪਣੇ ਪੋਤਰਿਆਂ ਦੇ ਵਿਛੋੜੇ ਅਤੇ ਮੌਤ ਦੇ ਸੱਲ ਨੂੰ ਘੋੜੀਆਂ ਗਾ ਕੇ ਪ੍ਰਗਟ ਕਰਦੇ ਹਨ। ਇੱਕ ਦਿਨ ਪੁੱਛਦੇ ਸੀ, ਦਾਦੀ ਪਿਤਾ ਜੀ ਕੋਲ ਕਦ ਜਾਣਾ? ਐਤਕੀ ਤਾਂ ਰੱਜ ਰੱਜ ਕੇ ਅਸੀਂ ਹੱਸ ਹੱਸ ਗਲ ਲੱਗ ਜਾਣਾ। ਇੱਕ ਦਿਨ ਬੋਲ ਚੰਦਰਾ ਨੀ ਮੇਰੇ ਧੂ ਕਾਲਜੇ ਨੂੰ ਪਾਵੇ, ਅੱਧੀ ਰਾਤੀ ਮਾਂ ਗੁਜਰੀ। ਦਾਦੀ ਸ਼ਬਦ ਦਾ ਅਰਥ ਹੈ ਮਾਤਾ ਗੁਜਰੀ ਜੀ। ਪਿਤਾ ਜੀ ਸ਼ਬਦ ਦਾ ਅਰਥ ਹੈ ਗੁਰੂ ਗੋਬਿੰਦ ਸਿੰਘ ਜੀ। ਧੂ ਸ਼ਬਦ ਦਾ ਅਰਥ ਹੈ ਖਿੱਚ। ਇਹਨਾਂ ਸਤਰਾਂ ਵਿੱਚ ਕਵੀ ਨੰਦ ਲਾਲ ਨੂਰਪੁਰੀ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਆਪਸੀ ਗੱਲਬਾਤ ਨੂੰ ਬਿਆਨ ਕੀਤਾ ਹੈ। ਨੰਦ ਲਾਲ ਨੂਰਪੁਰੀ ਕਹਿੰਦੇ ਹਨ ਕਿ ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਉਹਨਾਂ ਤੋਂ ਪੁੱਛਦੇ ਸਨ ਕਿ ਦਾਦੀ ਜੀ, ਅਸੀਂ ਆਪਣੇ ਪਿਤਾ ਜੀ ਕੋਲ ਕਦੋਂ ਜਾਣਾ ਹੈ? ਇਸ ਵਾਰੀ ਜਦੋਂ ਪਿਤਾ ਜੀ ਸਾਨੂੰ ਮਿਲੇ ਤਾਂ ਅਸੀਂ ਹੱਸ ਹੱਸ ਕੇ ਅਤੇ ਰੱਜ ਰੱਜ ਕੇ ਉਹਨਾਂ ਦੇ ਗਲੇ ਨਾਲ ਲੱਗਣਾ ਹੈ। ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਉਹਨਾਂ ਛੋਟੇ ਸਾਹਿਬਜ਼ਾਦਿਆਂ ਦਾ ਇੱਕ ਇੱਕ ਬੋਲ ਮੇਰੇ ਕਾਲਜੇ ਉੱਪਰ ਬੁਰੀ ਤਰ੍ਹਾਂ ਨਾਲ ਚੋਟ ਕਰ ਰਿਹਾ ਹੈ। ਮਾਤਾ ਗੁਜਰੀ ਜੀ ਅੱਧੀ ਅੱਧੀ ਰਾਤ ਉੱਠ ਕੇ ਆਪਣੇ ਪੋਤਰਿਆਂ ਦੇ ਵਿਛੋੜੇ ਅਤੇ ਮੌਤ ਦੇ ਸੱਲ ਨੂੰ ਘੋੜੀਆਂ ਗਾ ਕੇ ਪ੍ਰਗਟ ਕਰਦੇ ਹਨ। ਕੱਲ ਮੇਰੇ ਕੋਲ ਵਸਦੇ, ਅੱਜ ਨਜ਼ਰ ਕਿਤੇ ਨਾ ਆਂਦੇ, ਨਿੱਕੇ ਨਿੱਕੇ ਓਦਰੇ ਹੋਏ ਕਿਨੂੰ ਹੋਣਗੇ ਦਰਦ ਸੁਣਾਉਂਦੇ, ਵੇ ਲੱਭ ਤੇ ਸਹੀ ਨੂਰਪੁਰੀ ਮੇਰੇ ਨੈਣਾ ਨੂੰ ਨੀਂਦ ਨਾ ਆਵੇ, ਅੱਧੀ ਰਾਤੀ ਮਾਂ ਗੁਜਰੀ। ਵਸਦੇ ਸ਼ਬਦ ਦਾ ਅਰਥ ਹੈ ਰਹਿੰਦੇ। ਆਂਦੇ ਸ਼ਬਦ ਦਾ ਅਰਥ ਹੈ ਆਉਂਦੇ। ਓਦਰੇ ਸ਼ਬਦ ਦਾ ਅਰਥ ਹੈ ਉਦਾਸ ਹੋਏ। ਕਿਹਨੂੰ ਭਾਵ ਕਿਸ ਨੂੰ। ਇਹਨਾਂ ਸਤਰਾਂ ਵਿੱਚ ਮਾਤਾ ਗੁਜਰੀ ਜੀ ਦਾ ਆਪਣੇ ਪੋਤਰਿਆਂ ਨਾਲ ਵਿਛੋੜਾ ਕਵੀ ਨੇ ਬੜੇ ਹੀ ਦਰਦਮਈ ਢੰਗ ਨਾਲ ਬਿਆਨ ਕੀਤਾ ਹੈ। ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਕੱਲ੍ਹ ਤੱਕ ਤਾਂ ਮੇਰੇ ਛੋਟੇ ਪੋਤਰੇ ਮੇਰੇ ਕੋਲ ਮੇਰੇ ਨਾਲ ਵਸਦੇ ਸਨ, ਪਰ ਅੱਜ ਉਹ ਮੈਨੂੰ ਕਿਸੇ ਵੀ ਪਾਸੇ ਨਜ਼ਰ ਨਹੀਂ ਆ ਰਹੇ। ਉਹ ਨਿੱਕੇ ਨਿੱਕੇ ਮਾਸੂਮ ਬੱਚੇ ਆਪਣਾ ਹਾਲ ਕਿਸ ਨੂੰ ਸੁਣਾਉਂਦੇ ਹੋਣਗੇ। ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਉਹਨਾਂ ਨੂੰ ਲੱਭੋ ਤਾਂ ਸਹੀ, ਮੇਰੀਆਂ ਅੱਖੀਆਂ ਨੂੰ ਮੇਰੇ ਪੋਤਰਿਆਂ ਤੋਂ ਬਗੈਰ ਨੀਂਦ ਨਹੀਂ ਆਉਂਦੀ। ਮਾਤਾ ਗੁਜਰੀ ਜੀ ਅੱਧੀ ਅੱਧੀ ਰਾਤ ਉੱਠ ਕੇ ਆਪਣੇ ਪੋਤਰਿਆਂ ਦੇ ਵਿਛੋੜੇ ਅਤੇ ਮੌਤ ਦੇ ਸੱਲ ਨੂੰ ਘੋੜੀਆਂ ਗਾ ਕੇ ਪ੍ਰਗਟ
ਕਰਦੇ ਹਨ। ਇਹ ਸੀ ਨੰਦ ਲਾਲ ਨੂਰਪੁਰੀ ਦੀ ਕਵਿਤਾ ਮਾਤਾ ਗੁਜਰੀ ਜੀ। ਇਸ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਇਸ ਕਵਿਤਾ ਵਿੱਚ ਮਾਤਾ ਗੁਜਰੀ ਜੀ ਦੇ ਆਪਣੇ ਛੋਟੇ ਪੋਤਰਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੇ ਨਾਲ ਵਿਛੋੜੇ ਨੂੰ ਦਰਸਾਇਆ ਗਿਆ ਹੈ। ਨੰਦ ਲਾਲ ਨੂਰਪੁਰੀ ਨੇ ਸਰਹੰਦ ਦੀ ਦੀਵਾਰ ਵਿੱਚ ਸਾਹਿਬਜ਼ਾਦਿਆਂ ਨੂੰ ਚਿਣੇ ਜਾਣ ਦੀ ਦਰਦਨਾਕ ਘਟਨਾ ਨੂੰ ਦੱਸਿਆ ਹੈ ਅਤੇ ਛੋਟੇ ਪੋਤਰਿਆਂ ਲਈ ਦਾਦੀ ਦੀ ਤੜਫ ਨੂੰ ਕਰੁਣਾਮਈ ਢੰਗ ਨਾਲ ਬਿਆਨ ਕੀਤਾ ਹੈ। ਨੰਦ ਲਾਲ ਨੂਰਪੁਰੀ ਦੀ ਅਗਲੀ ਕਵਿਤਾ ਦਾ ਨਾਂ ਹੈ ਜਿਉਂਦੇ ਭਗਵਾਨ। ਇਸ ਕਵਿਤਾ ਵਿੱਚ ਕਵੀ ਨੇ ਦੁਨੀਆ ਦੇ ਲੋਕਾਂ ਨੂੰ ਕਿਹਾ ਹੈ ਕਿ ਸਾਨੂੰ ਉਹਨਾਂ ਬੰਦਿਆਂ ਦੀ ਪੂਜਾ ਕਰਨੀ ਚਾਹੀਦੀ ਹੈ ਜੋ ਦੇਸ਼ ਦੀ ਖਾਤਰ ਆਪਣੀਆਂ ਪਿਆਰੀਆਂ ਅਤੇ ਅਣਮੁੱਲੀਆਂ ਜਾਨਾਂ ਨੂੰ ਕੁਰਬਾਨ ਕਰ ਗਏ ਹਨ। ਉਹ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ, ਸਰੂਆਂ ਵਰਗੇ ਸੋਨੇ ਵਰਗੇ ਹੀਰੇ ਪੁੱਤਰ ਮਾਵਾਂ ਦੇ ਚਾਅ ਜਿਨ੍ਹਾਂ ਦੇ ਮਿਲਣ ਵਾਸਤੇ ਰੋਂਦੇ ਭੈਣ ਭਰਾਵਾਂ ਦੇ, ਬੁੱਢੇ ਬਾਪੂ ਖੜੇ ਉਡੀਕਣ ਗੱਭਰੂ ਪੁੱਤ ਜਵਾਨਾਂ ਨੂੰ, ਉਹ ਦੁਨੀਆ ਦੇ। ਨੇਕ ਸ਼ਬਦ ਦਾ ਅਰਥ ਹੈ ਚੰਗੇ ਜਾਂ ਇਮਾਨਦਾਰ। ਸਰੂ ਸ਼ਬਦ ਦਾ ਅਰਥ ਹੈ ਉੱਚਾ ਲੰਮਾ ਰੁੱਖ। ਚਾਅ ਸ਼ਬਦ ਦਾ ਅਰਥ ਹੈ ਖੁਸ਼ੀ। ਬਾਪੂ ਸ਼ਬਦ ਦਾ ਅਰਥ ਹੈ ਪਿਤਾ ਜਾਂ ਬਾਪ। ਕਵੀ ਨੰਦ ਲਾਲ ਨੂਰਪੁਰੀ ਕਹਿੰਦੇ ਹਨ ਕਿ ਉਹ ਦੁਨੀਆ ਦੇ ਬੰਦਿਓ ਉਹਨਾਂ ਨੇਕ, ਇਮਾਨਦਾਰ ਅਤੇ ਦੇਸ਼ ਨੂੰ ਪਿਆਰ ਕਰਨ ਵਾਲਿਆਂ ਇਨਸਾਨਾਂ ਦੀ ਪੂਜਾ ਕਰੋ ਜੋ ਦੇਸ਼ ਦੀ ਖਾਤਰ ਆਪਣੀਆਂ ਪਿਆਰੀਆਂ ਪਿਆਰੀਆਂ ਅਤੇ ਅਣਮੁੱਲੀਆਂ ਜਾਨਾਂ ਨੂੰ ਹੱਸਦਿਆਂ ਹੱਸਦਿਆਂ ਕੁਰਬਾਨ ਕਰ ਗਏ ਹਨ। ਸਰੂਆਂ ਦੇ ਉੱਚੇ ਲੰਮੇ ਦਰਖਤਾਂ ਵਾਂਗ ਲੰਮੇ ਸੋਨੇ ਵਰਗੇ ਹੀਰਿਆਂ ਵਰਗੇ ਮਾਵਾਂ ਦੇ ਪੁੱਤ ਜੋ ਦੇਸ਼ ਦੀ ਖਾਤਰ ਕੁਰਬਾਨ ਹੋ ਗਏ, ਉਹਨਾਂ ਨੂੰ ਮਿਲਣ ਲਈ ਅਜੇ ਤੱਕ ਵੀ ਰੋਂਦੇ ਭੈਣ ਭਰਾਵਾਂ ਦੇ ਚਾਅ ਅਧੂਰੇ ਹੀ ਰਹਿ ਗਏ ਹਨ। ਬੁੱਢੇ ਬਾਪੂ ਆਪਣੇ ਨੌਜਵਾਨ ਪੁੱਤਰਾਂ ਨੂੰ ਮਿਲਣ ਲਈ ਉਡੀਕ ਵਿੱਚ ਖੜੇ ਹਨ ਕਿ ਕਦੋਂ ਉਹਨਾਂ ਦੇ ਪੁੱਤਰ ਜੰਗ ਵਿੱਚੋਂ ਵਾਪਸ ਪਰਤਣਗੇ। ਉਹ ਦੁਨੀਆ ਦੇ ਲੋਕੋ ਉਹਨਾਂ ਨੇਕ ਦਿਲ ਇਨਸਾਨਾਂ ਦੀ ਪੂਜਾ ਕਰੋ। ਕਈ ਨਾਰਾਂ ਦੇ ਫੁੱਲਾਂ ਵਰਗੇ ਹਾਲੇ ਰੂਪ ਨਰੋਏ ਨੇ, ਸ਼ਗਨਾਂ ਦੇ ਹੱਥਾਂ ਵਿੱਚ ਗਾਨੇ ਚਾਅ ਨਾ ਪੂਰੇ ਹੋਏ ਨੇ, ਦਿਲ ਦੇ ਵਿੱਚ ਲਕੋਈ ਬੈਠੀਆਂ ਲੱਖਾਂ ਹੀ ਅਰਮਾਨਾਂ ਨੂੰ, ਉਹ ਦੁਨੀਆ ਦੇ। ਨਾਰਾਂ ਸ਼ਬਦ ਦਾ ਅਰਥ ਹੈ ਔਰਤਾਂ ਜਾਂ ਤੀਵੀਆਂ। ਨਰੋਏ ਸ਼ਬਦ ਦਾ ਅਰਥ ਹੈ ਸਿਹਤਮੰਦ ਜਾਂ ਤਾਜ਼ੇ। ਗਾਨੇ ਸ਼ਬਦ ਦਾ ਅਰਥ ਹੈ ਗੁੱਟ ਉੱਤੇ ਬੰਨ੍ਹਣ ਵਾਲਾ ਸ਼ਗਨਾਂ ਦਾ ਧਾਗਾ। ਅਰਮਾਨਾਂ ਸ਼ਬਦ ਦਾ ਅਰਥ ਹੈ ਸੱਧਰਾਂ। ਇਹਨਾਂ ਸਤਰਾਂ ਵਿੱਚ ਕਵੀ ਦੇਸ਼ ਦੀ ਖਾਤਰ ਜਾਨ ਵਾਰਨ ਵਾਲੇ ਨੇਕ ਦਿਲ ਇਨਸਾਨਾਂ ਦੀ ਪੂਜਾ ਕਰਨ ਲਈ ਕਹਿੰਦਾ ਹੈ ਅਤੇ ਉਹਨਾਂ ਦੀਆਂ ਸੱਜਰੀਆਂ ਵਿਆਹੀਆਂ ਪਤਨੀਆਂ ਦੇ ਅਧੂਰੇ ਚਾਵਾਂ ਦੀ ਗੱਲ ਕਰਦਾ ਹੈ। ਕਵੀ ਨੰਦ ਲਾਲ ਨੂਰਪੁਰੀ ਕਹਿੰਦੇ ਹਨ ਕਿ ਕਈ ਇਸਤਰੀਆਂ ਦੇ ਫੁੱਲਾਂ ਵਰਗੇ ਅੱਜ ਵੀ ਨਰੋਏ ਰੂਪ ਹਨ, ਭਾਵ ਉਹ ਭਰਜੋਬਨ ਮੁਟਿਆਰਾਂ ਹਨ। ਉਹਨਾਂ ਦੇ ਹੱਥਾਂ ਵਿੱਚ ਸ਼ਗਨਾਂ ਦੇ ਗਾਨੇ ਅਜੇ ਤੱਕ ਵੀ ਹਨ ਅਤੇ ਉਹਨਾਂ ਵਿਆਹੀਆਂ ਦੇ ਅਜੇ ਤੱਕ ਚਾਅ ਵੀ ਪੂਰੇ ਨਹੀਂ ਹੋਏ ਹਨ। ਕਵੀ ਨੰਦ ਲਾਲ ਨੂਰਪੁਰੀ ਕਹਿੰਦੇ ਹਨ ਕਿ ਉਹ ਕੋਮਲ ਮੁਟਿਆਰਾਂ
ਆਪਣੇ ਦਿਲਾਂ ਦੇ ਅੰਦਰ ਲੱਖਾਂ ਹੀ ਸੱਧਰਾਂ ਨੂੰ ਲੁਕੋਈ ਬੈਠੀਆਂ ਹਨ ਕਿ ਕਦੋਂ ਉਹਨਾਂ ਦੇ ਮਾਹੀ ਘਰ ਆਉਣਗੇ ਅਤੇ ਉਹ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੀਆਂ। ਉਹ ਦੁਨੀਆ ਦੇ ਲੋਕੋ, ਉਹਨਾਂ ਨੇਕ ਦਿਲ ਇਨਸਾਨਾਂ ਦੀ ਪੂਜਾ ਕਰੋ। ਕਿਹਨੂੰ ਨਹੀਂ ਜੀਵਨ ਦੀਆਂ ਲੋੜਾਂ, ਹਰ ਕੋਈ ਜਿਉਣਾ ਚਾਹੁੰਦਾ ਏ। ਤਰ੍ਹਾਂ ਤਰ੍ਹਾਂ ਦੇ ਇਸ ਜੀਵਨ ਲਈ ਬੰਦਾ ਜਾਲ ਵਿਛਾਉਂਦਾ ਏ। ਜਿਉਣਾ ਉਸ ਬੰਦੇ ਦਾ ਜਿਉਣਾ, ਰੋਕੇ ਜੋ ਤੂਫਾਨਾਂ ਨੂੰ ਉਹ ਦੁਨੀਆ ਦੇ। ਕਿਹਨੂੰ ਸ਼ਬਦ ਦਾ ਅਰਥ ਹੈ ਕਿਸ ਨੂੰ। ਜਾਲ ਵਿਛਾਉਣਾ ਭਾਵ ਕੰਮ ਧੰਦੇ ਕਰਨਾ। ਤੂਫਾਨ ਸ਼ਬਦ ਦਾ ਅਰਥ ਹੈ ਹਵਾ ਦਾ ਤੇਜ਼ ਵੇਗ ਜਾਂ ਗਤੀ। ਕਵੀ ਨੰਦ ਲਾਲ ਨੂਰਪੁਰੀ ਕਹਿੰਦੇ ਹਨ ਕਿ ਇਸ ਦੁਨੀਆ ਵਿੱਚ ਕੋਈ ਵੀ ਅਜਿਹਾ ਨਹੀਂ ਹੈ ਜਿਸ ਨੂੰ ਜਿਉਣ ਦੀ ਲੋੜ ਨਹੀਂ। ਹਰ ਕੋਈ ਜਿਉਣ ਦੀ ਆਸ ਰੱਖ ਕੇ ਹੀ ਜੀਵਨ ਬਤੀਤ ਕਰਨਾ ਚਾਹੁੰਦਾ ਹੈ। ਇਸ ਜੀਵਨ ਨੂੰ ਬਸਰ ਕਰਨ ਲਈ ਬੰਦਾ ਤਰ੍ਹਾਂ ਤਰ੍ਹਾਂ ਦੇ ਜਾਲ ਵਿਛਾਉਂਦਾ ਹੈ, ਪਰ ਜਿਉਣਾ ਉਸ ਬੰਦੇ ਦਾ ਹੀ ਸਫਲ ਹੁੰਦਾ ਹੈ ਜੋ ਤੂਫਾਨਾਂ ਦਾ ਮੂੰਹ ਮੋੜਨਾ ਜਾਣਦਾ ਹੋਵੇ, ਭਾਵ ਮੁਸੀਬਤ ਦਾ ਡਟ ਕੇ ਮੁਕਾਬਲਾ ਕਰਨ ਵਾਲਾ ਹੋਵੇ। ਕਵੀ ਨੰਦ ਲਾਲ ਨੂਰਪੁਰੀ ਕਹਿੰਦੇ ਹਨ ਕਿ ਦੁਨੀਆ ਦੇ ਲੋਕਾਂ ਨੂੰ ਅਜਿਹੇ ਨੇਕ ਦਿਲ ਇਨਸਾਨਾਂ ਦੀ ਪੂਜਾ ਕਰਨੀ ਚਾਹੀਦੀ ਹੈ। ਸ਼ੇਰਾਂ ਦੀ ਛਾਤੀ 'ਤੇ ਬਹਿ ਕੇ ਮੌਤ ਜਿਨ੍ਹਾਂ ਨੇ ਮੰਗੀ ਏ, ਖੂਨ ਦੀਆਂ ਨਦੀਆਂ ਵਿੱਚ ਡੁੱਬ ਕੇ ਗੋਰੀ ਚਮੜੀ ਰੰਗੀ ਏ। ਨਵੀਂ ਦੇਸ 'ਤੇ ਰੰਗਣ ਚਾੜੀ, ਪੂਜੋ ਉਹਨਾਂ ਭਗਵਾਨਾਂ ਨੂੰ ਉਹ ਦੁਨੀਆ ਦੇ। ਰੰਗਣ ਚਾੜੀ ਭਾਵ ਰੰਗ ਚੜਾਇਆ, ਪੂਜੋ ਭਾਵ ਪੂਜਾ ਕਰੋ। ਇਹਨਾਂ ਸਤਰਾਂ ਵਿੱਚ ਕਵੀ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸੂਰਬੀਰਾਂ ਦੀ ਗੱਲ ਕੀਤੀ ਹੈ। ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਦੇਸ਼ ਨੂੰ ਇੱਕ ਨਵੀਂ ਰੰਗਤ ਦਿੱਤੀ ਹੈ। ਸ਼ੇਰਾਂ ਦੀ ਛਾਤੀ ਉੱਤੇ ਬੈਠ ਕੇ ਜਿਨ੍ਹਾਂ ਨੇ ਖੁਦ ਮੌਤ ਨੂੰ ਲਲਕਾਰਿਆ ਹੈ, ਭਾਵ ਹੱਸ ਹੱਸ ਕੇ ਮੌਤ ਨੂੰ ਕਬੂਲ ਕੀਤਾ ਹੈ ਅਤੇ ਦੇਸ਼ ਦੀ ਰੱਖਿਆ ਦੀ ਖਾਤਰ ਆਪਣੇ ਖੂਨ ਦੀਆਂ ਨਦੀਆਂ ਵਹਾ ਕੇ ਆਪਣੇ ਸਰੀਰਾਂ ਨੂੰ ਖੂਨ ਨਾਲ ਰੰਗ ਚਾੜ ਦਿੱਤਾ। ਸਾਨੂੰ ਉਹਨਾਂ ਭਗਵਾਨਾਂ ਦੀ ਪੂਜਾ ਕਰਨੀ ਚਾਹੀਦੀ ਹੈ। ਇਹਨਾਂ ਸੂਰਬੀਰਾਂ ਨੇ ਦੇਸ਼ 'ਤੇ ਨਵਾਂ ਰੰਗ ਚਾੜ ਦਿੱਤਾ ਹੈ। ਕਵੀ ਨੰਦ ਲਾਲ ਨੂਰਪੁਰੀ ਕਹਿੰਦੇ ਹਨ ਕਿ ਉਹ ਦੁਨੀਆ ਦੇ ਲੋਕੋ, ਉਹਨਾਂ ਨੇਕ ਦਿਲ ਇਨਸਾਨਾਂ ਦੀ ਪੂਜਾ ਕਰੋ। ਜਿਉਣਾ ਹੁੰਦਾ ਉਸ ਮਰਦ ਦਾ ਕਿਸੇ ਲਈ ਜੋ ਮਰਦਾ ਏ, ਆਪਣੇ ਦੇਸ ਕੌਮ ਦੀ ਖਾਤਰ ਜੀਵਨ ਅਰਪਣ ਕਰਦਾ ਏ। ਨੂਰਪੁਰੀ ਬੰਦ ਕਰਦੇ ਬੀਬਾ ਝੂਠੀਆਂ ਹੋਰ ਦੁਕਾਨਾਂ ਨੂੰ ਉਹ ਦੁਨੀਆ ਦੇ। ਅਰਪਣ ਸ਼ਬਦ ਦਾ ਅਰਥ ਹੈ ਭੇਟ ਕਰਨਾ ਜਾਂ ਸਮਰਪਿਤ ਕਰਨਾ। ਕਵੀ ਨੰਦ ਲਾਲ ਨੂਰਪੁਰੀ ਕਹਿੰਦੇ ਹਨ ਕਿ ਉਸ ਮਰਦ ਦੇ ਜਿਉਣ ਨੂੰ ਹੀ ਅਸਲੀ ਜਿਉਣਾ ਕਹਿੰਦੇ ਹਨ ਜੋ ਕਿਸੇ ਦੀ ਖਾਤਰ ਆਪਣੀ ਜ਼ਿੰਦਗੀ ਲੇਖੇ ਲਾਉਂਦਾ ਹੈ, ਭਾਵ ਜੋ ਆਪਣੇ ਦੇਸ਼ ਕੌਮ ਦੀ ਖਾਤਰ ਆਪਣੇ ਜੀਵਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਆਪਣਾ ਜੀਵਨ ਅਰਪਣ ਕਰਦਾ ਹੈ। ਨੰਦ ਲਾਲ ਨੂਰਪੁਰੀ ਕਹਿੰਦੇ ਹਨ ਕਿ ਸਾਨੂੰ ਹੋਰ ਦੁਨੀਆਦਾਰੀ ਦੇ ਝਮੇਲੇ ਬੰਦ ਕਰਕੇ ਇਹਨਾਂ ਦੇਸ਼ ਦੀ ਖਾਤਰ ਜਾਨ ਕੁਰਬਾਨ ਕਰਨ ਵਾਲਿਆਂ ਦੀ ਪੂਜਾ ਕਰਨੀ ਚਾਹੀਦੀ ਹੈ। ਇਹ ਸੀ ਨੰਦ ਲਾਲ ਨੂਰਪੁਰੀ ਦੀ ਕਵਿਤਾ ਜਿਉਂਦੇ ਭਗਵਾਨ। ਇਸ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਸਾਨੂੰ ਉਹਨਾਂ ਨੇਕ ਦਿਲ, ਬਹਾਦਰ ਸੂਰਬੀਰਾਂ, ਦੇਸ਼ ਭਗਤਾਂ ਨੂੰ ਪੂਜਣਾ ਚਾਹੀਦਾ ਹੈ ਜਿਨ੍ਹਾਂ ਨੇ ਦੇਸ਼ ਕੌਮ ਦੀ ਖਾਤਰ
ਆਪਣੇ ਸੁੱਖ ਆਰਾਮ ਨੂੰ ਤਿਆਗ ਕੇ ਕੁਰਬਾਨੀਆਂ ਦਿੱਤੀਆਂ ਹਨ। ਨੰਦ ਲਾਲ ਨੂਰਪੁਰੀ ਦੀ 9ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਿਲ ਤੀਸਰੀ ਕਵਿਤਾ ਦਾ ਨਾਂ ਹੈ ਰਾਵੀ ਤੇ ਚਨਾਹ। ਇਸ ਕਵਿਤਾ ਵਿੱਚ ਨਵ ਵਿਆਹੀ ਸਹੁਰੇ ਘਰ ਆਈ ਮੁਟਿਆਰ ਦੇ ਚਾਅ ਲਾਡ ਦਾ ਵਰਣਨ ਕੀਤਾ ਗਿਆ ਹੈ। ਮੇਰੇ ਸਹੁਰਿਆਂ ਨੇ ਜਿੱਦ ਜਿੱਦ ਨਾ ਰੱਖਿਆ, ਕਿਨੇ ਰਾਵੀ ਰੱਖਿਆ ਤੇ ਚਨਾਹ ਰੱਖਿਆ, ਜਾਂ ਮੈਂ ਫੁੱਲਾਂ ਭਰੇ ਘੁੰਡ ਸਰਕਾਏ ਹੱਸ ਕੇ, ਝੱਟ ਵੇਲਾਂ ਨਾਲ ਭਰ ਗਏ ਨਸੀਬ ਸੱਸ ਦੇ, ਸਾਡੀ ਧੁੱਪ ਨੂੰ ਬਣਾਈ ਲੋਕਾਂ ਛਾਂ ਰੱਖਿਆ ਮੇਰੇ ਸਹੁਰਿਆਂ ਨੇ। ਰਾਵੀ ਚਨਾਹ ਦਰਿਆਵਾਂ ਦੇ ਨਾਂ ਹਨ। ਘੁੰਡ ਸ਼ਬਦ ਦਾ ਅਰਥ ਹੈ ਪਰਦਾ। ਸਰਕਾਏ ਸ਼ਬਦ ਦਾ ਅਰਥ ਹੈ ਪਰਾਂ ਕੀਤੇ, ਭਾਵ ਖਿਸਕਾਏ। ਨਸੀਬ ਸ਼ਬਦ ਦਾ ਅਰਥ ਹੈ ਕਿਸਮਤ ਜਾਂ ਭਾਗ। ਨੰਦ ਲਾਲ ਨੂਰਪੁਰੀ ਕਹਿੰਦੇ ਹਨ ਕਿ ਪੰਜਾਬਣ ਮੁਟਿਆਰ ਜਦੋਂ ਸਹੁਰਿਆਂ ਦੇ ਘਰ ਵਿਆਹੀ ਆਈ ਤਾਂ ਸਹੁਰੇ ਪਰਿਵਾਰ ਵੱਲੋਂ ਉਸ ਦੇ ਜਿੱਦ ਜਿੱਦ ਕੇ ਨਾਂ ਰੱਖੇ ਗਏ। ਕਿਸੇ ਨੇ ਉਸ ਦਾ ਨਾਂ ਰਾਵੀ ਰੱਖਿਆ ਅਤੇ ਕਿਸੇ ਨੇ ਚਨਾਹ ਰੱਖਿਆ। ਨਵ ਵਿਆਹੀ ਮੁਟਿਆਰ ਕਹਿੰਦੀ ਹੈ ਕਿ ਜਦੋਂ ਉਸ ਨੇ ਫੁੱਲਾਂ ਨਾਲ ਭਰਿਆ ਹੋਇਆ ਆਪਣਾ ਘੁੰਡ ਆਪਣੇ ਮੁਖ ਤੋਂ ਹੱਸ ਕੇ ਪਰਾਂ ਕੀਤਾ ਤਾਂ ਝਟਪਟ ਹੀ ਲੋਕਾਂ ਨੇ ਮੇਰਾ ਸੋਹਣਾ ਰੂਪ ਵੇਖ ਕੇ ਮੇਰੇ ਉੱਪਰੋਂ ਵੇਲਾਂ ਕਰ ਕਰਕੇ ਸੱਸ ਦੇ ਨਸੀਬ ਖੁਸ਼ੀਆਂ ਨਾਲ ਭਰ ਦਿੱਤੇ। ਪੰਜਾਬਣ ਮੁਟਿਆਰ ਕਹਿੰਦੀ ਹੈ ਕਿ ਸਾਡੀ ਧੁੱਪ ਨੂੰ ਵੀ ਲੋਕਾਂ ਨੇ ਛਾਂ ਵਾਂਗ ਬਣਾ ਕੇ ਰੱਖਿਆ। ਮੇਰੇ ਸਹੁਰਿਆਂ ਨੇ ਇੱਕ ਦੂਸਰੇ ਨਾਲ ਜਿੱਦ ਕਰਕੇ ਮੇਰੇ ਅਲੱਗ-ਅਲੱਗ ਨਾਂ ਰੱਖੇ ਹਨ। ਉੱਥੇ ਸਾਉਣ ਦੇ ਮਹੀਨੇ ਵਿੱਚ ਤੀਆਂ ਲੱਗੀਆਂ, ਸਾਡੇ ਵਿੱਚ ਕੋਈ ਨਾ ਠੱਗ, ਫੇਰ ਹੋਈਆਂ ਠੱਗੀਆਂ, ਫੇਰ ਠੱਗੀਆਂ ਦਾ ਮੇਰੇ 'ਤੇ ਨਿਆਂ ਰੱਖਿਆ ਮੇਰੇ ਸਹੁਰਿਆਂ ਨੇ। ਤੀਆਂ ਸ਼ਬਦ ਦਾ ਅਰਥ ਹੈ ਸਾਉਣ ਦੇ ਮਹੀਨੇ ਕੁੜੀਆਂ ਦਾ ਤਿਉਹਾਰ। ਠੱਗ ਸ਼ਬਦ ਦਾ ਅਰਥ ਹੈ ਧੋਖਾ ਕਰਨ ਵਾਲਾ। ਨਿਆਂ ਸ਼ਬਦ ਦਾ ਅਰਥ ਹੈ ਫੈਸਲਾ। ਨੰਦ ਲਾਲ ਨੂਰਪੁਰੀ ਕਹਿੰਦੇ ਹਨ ਕਿ ਨਵ ਵਿਆਹੀ ਮੁਟਿਆਰ ਦੇ ਸਹੁਰਿਆਂ ਦੇ ਪਿੰਡ ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਮੇਲਾ ਲੱਗਿਆ। ਮੁਟਿਆਰਾਂ ਦੇ ਝੁੰਡ ਦੇ ਵਿੱਚ ਕੋਈ ਵੀ ਧੋਖਾ ਜਾਂ ਠੱਗੀ ਕਰਨ ਵਾਲੀ ਨਹੀਂ ਸੀ, ਪਰ ਫਿਰ ਵੀ ਸਾਡੇ ਨਾਲ ਕਿਸੇ ਨੇ ਠੱਗੀਆਂ ਕੀਤੀਆਂ। ਫਿਰ ਇਹਨਾਂ ਸਾਰੀਆਂ ਠੱਗੀਆਂ ਦਾ ਨਿਆਂ ਕਰਨ ਲਈ ਮੈਨੂੰ ਹੀ ਕਿਹਾ ਗਿਆ, ਭਾਵ ਉਹਨਾਂ ਸਾਰੀਆਂ ਠੱਗੀਆਂ ਦਾ ਫੈਸਲਾ ਕਰਨ ਲਈ ਮੈਨੂੰ ਆਖਿਆ ਗਿਆ। ਮੇਰੇ ਸਹੁਰਿਆਂ ਨੇ ਜਿੱਦ ਕਰਕੇ ਮੇਰੇ ਵੱਖਰੇ ਵੱਖਰੇ ਨਾਂ ਰੱਖੇ ਹੋਏ ਹਨ। ਮੈਨੂੰ ਮੱਲੋ ਮੱਲੀ ਗਿੱਧੇ 'ਚ ਨਚਾਉਣ ਵਾਲੀਆਂ, ਸੱਭੇ ਹੋ ਗਈਆਂ ਬੇਹੋਸ਼ ਗਿੱਧਾ ਪਾਉਣ ਵਾਲੀਆਂ, ਸਾਰਾ ਹੱਥਾਂ 'ਤੇ ਨਚਾਈ ਮੈਂ ਗਿਰਾਂ ਰੱਖਿਆ ਮੇਰੇ ਸਹੁਰਿਆਂ ਨੇ। ਮੱਲੋ ਮੱਲੀ ਭਾਵ ਜ਼ਬਰਦਸਤੀ। ਬੇਹੋਸ਼ ਸ਼ਬਦ ਦਾ ਅਰਥ ਹੈ ਬੇਸੁਰਤ। ਗਿਰਾਂ ਸ਼ਬਦ ਦਾ ਅਰਥ ਹੈ ਪਿੰਡ। ਕਵੀ ਨੰਦ ਲਾਲ ਨੂਰਪੁਰੀ ਨਵ ਵਿਆਹੀ ਮੁਟਿਆਰ ਦੇ ਚਾਵਾਂ ਦਾ ਵਰਣਨ ਕਰਦੇ ਹੋਏ ਕਹਿੰਦੇ ਹਨ ਕਿ ਹੁਸਨਾ ਲੱਦੀ ਮੁਟਿਆਰ ਕਹਿੰਦੀ ਹੈ ਕਿ ਸਾਉਣ ਮਹੀਨੇ ਤੀਆਂ ਵਿੱਚ ਮੁਟਿਆਰਾਂ ਉਸ ਨੂੰ ਜ਼ਬਰਦਸਤੀ ਨਚਾਉਣ ਲੱਗ ਪਈਆਂ। ਉਸ ਦੇ ਨਾਲ ਨੱਚਦੀਆਂ ਨੱਚਦੀਆਂ ਬਾਕੀ ਦੀਆਂ ਗਿੱਧਾ ਪਾਉਣ ਵਾਲੀਆਂ ਮੁਟਿਆਰਾਂ ਬੇਹੋਸ਼ ਹੋ ਗਈਆਂ। ਮੁਟਿਆਰ ਕਹਿੰਦੀ ਹੈ ਕਿ ਆਪਣੇ ਗਿੱਧੇ ਦੇ ਜ਼ੋਰ 'ਤੇ ਮੈਂ ਆਪਣੇ ਹੱਥਾਂ ਉੱਤੇ ਸਾਰੇ ਹੀ ਪਿੰਡ ਨੂੰ ਨਚਾ ਦਿੱਤਾ ਹੈ। ਭਾਵ ਉਹ ਜਿਸ ਤਰ੍ਹਾਂ ਕਹਿੰਦੀ ਹੈ ਪਿੰਡ ਵਾਲੇ ਉਸੇ ਹੀ ਤਰ੍ਹਾਂ ਕਰਦੇ ਹਨ। ਉਹ ਕਹਿੰਦੀ ਹੈ ਕਿ ਮੇਰੇ ਸਹੁਰਿਆਂ ਨੇ ਜਿੱਦ ਵਿੱਚ ਆ ਕੇ ਮੇਰੇ ਅਲੱਗ-ਅਲੱਗ ਨਾਂ ਰੱਖੇ ਹੋਏ ਹਨ।
ਮੈਨੂੰ ਝਾਂਜਰਾਂ ਕਢਾ ਕੇ ਉਹਨਾਂ ਹੋਰ ਦਿੱਤੀਆਂ, ਨੀ ਉਹ ਮਿੱਥ ਮਿੱਥ ਗਿੱਧਿਆਂ ਦੇ ਪਿੜ ਜਿੱਤੀਆਂ। ਮੇਰਾ ਰੂਪ ਵਡਿਆਈ ਹਰ ਥਾਂ ਰੱਖਿਆ ਮੇਰੇ ਸਹੁਰਿਆਂ ਨੇ। ਝਾਂਜਰਾਂ ਸ਼ਬਦ ਦਾ ਅਰਥ ਹੈ ਪੈਰਾਂ ਵਿੱਚ ਪਾਉਣ ਵਾਲਾ ਗਹਿਣਾ। ਮਿੱਥ ਮਿੱਥ ਭਾਵ ਨਾਪ ਨਾਪ ਕੇ। ਪਿੜ ਸ਼ਬਦ ਦਾ ਅਰਥ ਹੈ ਗਿੱਧਾ ਪਾਉਣ ਦੀ ਥਾਂ। ਰੂਪ ਸ਼ਬਦ ਦਾ ਅਰਥ ਹੈ ਹੁਸਨ। ਵਡਿਆਈ ਸ਼ਬਦ ਦਾ ਅਰਥ ਹੈ ਸਿਫਤ ਕਰਨਾ। ਨੰਦ ਲਾਲ ਨੂਰਪੁਰੀ ਕਹਿੰਦੇ ਹਨ ਕਿ ਪੰਜਾਬਣ ਮੁਟਿਆਰ ਕਹਿ ਰਹੀ ਹੈ ਕਿ ਉਸ ਨੂੰ ਉਸਦੇ ਸਹੁਰਿਆਂ ਨੇ ਝਾਂਜਰਾਂ ਹੋਰ ਕਢਾ ਕੇ ਦਿੱਤੀਆਂ। ਜਦੋਂ ਉਹ ਝਾਂਜਰਾਂ ਪਾ ਕੇ ਗਿੱਧੇ ਵਿੱਚ ਵੜੀ ਤਾਂ ਉਸਨੇ ਫਿਰ ਕਮਾਲ ਕਰਕੇ ਦਿਖਾ ਦਿੱਤਾ ਅਤੇ ਉਸਨੇ ਗਿੱਧਿਆਂ ਦੇ ਪਿੜਾਂ ਨੂੰ ਜਿੱਤ ਲਿਆ। ਉਸ ਦੇ ਰੂਪ ਦੀ ਚਰਚਾ ਅਤੇ ਵਡਿਆਈ ਹਰ ਪਾਸੇ ਹੋਣ ਲੱਗੀ। ਮੁਟਿਆਰ ਕਹਿੰਦੀ ਹੈ ਕਿ ਉਸ ਦੇ ਸਹੁਰਿਆਂ ਨੇ ਜਿੱਦ ਕਰਕੇ ਉਸ ਦੇ ਵੱਖਰੇ ਵੱਖਰੇ ਨਾਂ ਰੱਖੇ ਹੋਏ ਹਨ। ਮੇਰੇ ਨੂਰਪੁਰੀ ਭਾਗਾਂ ਦੇ ਹਿਸਾਬ ਦੱਸਦਾ, ਮੇਰੀ ਆਰਸੀ ਦੇ ਸ਼ੀਸ਼ੇ 'ਚ ਪੰਜਾਬ ਵਸਦਾ। ਉਹਨੇ ਨਵੇਂ ਗੀਤ ਦੇਣ ਦਾ ਹੀਆ ਰੱਖਿਆ ਮੇਰੇ ਸਹੁਰਿਆਂ ਨੇ। ਭਾਗਾਂ ਸ਼ਬਦ ਦਾ ਅਰਥ ਹੈ ਕਿਸਮਤਾਂ। ਆਰਸੀ ਸ਼ਬਦ ਦਾ ਅਰਥ ਹੈ ਹੱਥ ਦੇ ਅੰਗੂਠੇ ਵਿੱਚ ਪਾਇਆ ਜਾਣ ਵਾਲਾ ਇਸਤਰੀਆਂ ਦਾ ਇੱਕ ਗਹਿਣਾ। ਕਵੀ ਨੰਦ ਲਾਲ ਨੂਰਪੁਰੀ ਸਹੁਰੇ ਘਰ ਆਈ ਮੁਟਿਆਰ ਦੇ ਹੁਸਨ ਦੀ ਤਾਰੀਫ ਕਰਦੇ ਹੋਏ ਕਹਿੰਦੇ ਹਨ ਕਿ ਪੰਜਾਬਣ ਮੁਟਿਆਰ ਕਹਿ ਰਹੀ ਹੈ ਕਿ ਕਵੀ ਉਸ ਦੀ ਕਿਸਮਤ ਦੇ ਹਿਸਾਬ ਦੱਸਦਾ ਹੈ। ਉਹ ਕਹਿੰਦੀ ਹੈ ਕਿ ਮੇਰੇ ਹੱਥ ਦੇ ਅੰਗੂਠੇ ਵਿੱਚ ਪਾਉਣ ਵਾਲੇ ਆਰਸੀ ਦੇ ਸ਼ੀਸ਼ੇ ਵਿੱਚ ਸਾਰਾ ਪੰਜਾਬ ਵਸਦਾ ਹੈ। ਕਵੀ ਨੇ ਨਵੇਂ ਨਵੇਂ ਗੀਤ ਲਿਖਣ ਦਾ ਹੌਸਲਾ ਰੱਖਿਆ ਹੈ, ਜਿਸ ਕਰਕੇ ਉਹ ਨਵੇਂ ਗੀਤ ਲਿਖੀ ਜਾ ਰਿਹਾ ਹੈ। ਮੁਟਿਆਰ ਕਹਿੰਦੀ ਹੈ ਕਿ ਉਸ ਦੇ ਸਹੁਰਿਆਂ ਨੇ ਜਿੱਦ ਵਿੱਚ ਉਸ ਦੇ ਵੱਖਰੇ ਵੱਖਰੇ ਨਾਂ ਰੱਖੇ ਹੋਏ ਹਨ। ਇਹ ਸੀ ਨੰਦ ਲਾਲ ਨੂਰਪੁਰੀ ਦੀ ਤੀਸਰੀ ਕਵਿਤਾ ਰਾਵੀ ਤੇ ਚਨਾਹ। ਇਸ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਨਵ ਵਿਆਹੀ ਪੰਜਾਬਣ ਮੁਟਿਆਰ ਜਦੋਂ ਆਪਣੇ ਸਹੁਰੇ ਘਰ ਆਉਂਦੀ ਹੈ ਤਾਂ ਉਸ ਦੇ ਸਹੁਰੇ ਪਰਿਵਾਰ ਵਿੱਚੋਂ ਕੋਈ ਉਸ ਦਾ ਨਾਂ ਰਾਵੀ ਅਤੇ ਕੋਈ ਚਨਾਹ ਰੱਖਦਾ ਹੈ। ਪੰਜਾਬਣ ਮੁਟਿਆਰ ਆਪਣੇ ਹੁਸਨ, ਤਾਕਤ, ਹੁਸ਼ਿਆਰੀ ਅਤੇ ਪਿਆਰ ਨਾਲ ਸਾਰਿਆਂ ਦਾ ਮਨ ਮੋਹ ਲੈਂਦੀ ਹੈ। ਹੁਣ ਅਸੀਂ ਨੰਦ ਲਾਲ ਨੂਰਪੁਰੀ ਦੀਆਂ ਕਵਿਤਾਵਾਂ ਦੇ ਵਸਤੂਨਿਸ਼ਟ ਪ੍ਰਸ਼ਨ ਉੱਤਰ ਕਰਾਂਗੇ। ਪਹਿਲਾ ਪ੍ਰਸ਼ਨ ਹੈ, ਜਿਉਂਦੇ ਭਗਵਾਨ ਕਵਿਤਾ ਕਿਸ ਕਵੀ ਦੁਆਰਾ ਲਿਖੀ ਗਈ ਹੈ? ਉੱਤਰ ਹੈ ਨੰਦ ਲਾਲ ਨੂਰਪੁਰੀ। ਦੂਸਰਾ ਪ੍ਰਸ਼ਨ ਹੈ, ਨੰਦ ਲਾਲ ਨੂਰਪੁਰੀ ਦੀ ਕਿਸੇ ਇੱਕ ਕਵਿਤਾ ਦਾ ਨਾਂ ਲਿਖੋ। ਉੱਤਰ ਹੈ ਮਾਤਾ ਗੁਜਰੀ ਜੀ। ਤੀਸਰਾ ਪ੍ਰਸ਼ਨ ਹੈ, ਮਾਤਾ ਗੁਜਰੀ ਜੀ ਕੌਣ ਸਨ? ਇਸ ਪ੍ਰਸ਼ਨ ਦਾ ਉੱਤਰ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ। ਅਗਲਾ ਪ੍ਰਸ਼ਨ ਹੈ, ਪੰਜਾਬਣ ਮੁਟਿਆਰ ਦੀ ਆਰਸੀ ਵਿੱਚ ਕੀ ਵਸਦਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਪੰਜਾਬਣ ਮੁਟਿਆਰ ਦੀ ਆਰਸੀ ਵਿੱਚ ਪੰਜਾਬ ਵਸਦਾ ਹੈ। ਅਗਲਾ ਪ੍ਰਸ਼ਨ ਹੈ, ਇੱਟ ਉੱਤੇ ਇੱਟ ਰੱਖ ਕੇ ਹੀਰਿਆਂ ਦੀ ਚਮਕ ਲੁਕਾਉਣ ਲਈ ਕਿਸ ਨੇ ਕਿਹਾ ਸੀ? ਇਸ ਪ੍ਰਸ਼ਨ ਦਾ ਉੱਤਰ ਹੈ ਇੱਟ ਉੱਤੇ ਇੱਟ ਰੱਖ ਕੇ ਹੀਰਿਆਂ ਦੀ ਚਮਕ ਲੁਕਾਉਣ ਲਈ ਹੋਣੀ ਨੇ ਕਿਹਾ ਸੀ। ਅਗਲਾ ਪ੍ਰਸ਼ਨ ਹੈ, ਮਾਤਾ ਗੁਜਰੀ ਜੀ ਕਵਿਤਾ ਵਿੱਚ ਹੀਰਿਆਂ ਦੀ ਜੋੜੀ ਕਿਸ ਨੂੰ ਕਿਹਾ ਗਿਆ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਹੀਰਿਆਂ ਦੀ ਜੋੜੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਕਿਹਾ ਗਿਆ ਹੈ। ਇਹ ਸਨ 9ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ ਏ ਦੇ ਪਾਠਕ੍ਰਮ ਵਿੱਚ ਸ਼ਾਮਿਲ ਆਧੁਨਿਕ ਕਾਵਿ ਦੇ ਕਵੀ ਨੰਦ ਲਾਲ ਨੂਰਪੁਰੀ ਦੀਆਂ ਕਵਿਤਾਵਾਂ। ਧੰਨਵਾਦ।